ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇੱਕ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕੀਤੀ ਜਾਂ WhatsApp ਕੀਤਾ। ਸਾਡੀ ਟੀਮ ਨੇ ਤੁਹਾਡੇ ਨਾਲ ਸੰਪਰਕ ਕੀਤਾ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇ। ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਦੀਆਂ ਉਹ ਖਾਸ ਬਿਮਾਰੀਆਂ ਜੋ ਕਰਨ ਭਾਰੀ ਨੁਕਸਾਨ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਲਖਵੀਰ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਡਾਕਟਰ ਜੀ। ਅੱਛਾ ਡਾਕਟਰ ਸਾਹਿਬ, ਪਹਿਲੇ ਤਾਂ ਇਹੀ ਜਾਣਨਾ ਚਾਹਾਂਗਾ ਕਿ ਪਸ਼ੂਆਂ ਦੀਆਂ ਉਹ ਖਾਸ ਬਿਮਾਰੀਆਂ ਕਿਹੜੀਆਂ ਨੇ ਤੇ ਉਹ ਫੈਲਦੀਆਂ ਜਿਹੜੀਆਂ ਨੇ ਉਹ ਕਿਵੇਂ ਨੇ? ਬਿਲਕੁਲ ਨਿਖਿਲ ਜੀ, ਜਿਹੜੇ ਸਾਡੇ ਕਿਸਾਨ ਵੀਰ ਡੇਅਰੀ ਫਾਰਮਿੰਗ ਦੇ ਧੰਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ ਆਪਣੇ ਪਸ਼ੂਆਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਕੁਝ ਬਿਮਾਰੀਆਂ ਨੇ ਜੋ ਸੀਜ਼ਨ ਹੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਕੁਝ ਅਹਿਮ ਬਿਮਾਰੀਆਂ ਨੇ ਜੋ ਸਾਡੇ ਕਿਸਾਨ ਵੀਰਾਂ ਦਾ ਕਾਫੀ ਭਾਰੀ ਨੁਕਸਾਨ ਕਰਦੀਆਂ। ਜਿਸ ਤਰ੍ਹਾਂ ਆਪਾਂ ਪਿੱਛੇ ਵੀ ਅੱਗੇ ਇਹਨਾਂ ਬਾਰੇ ਗੱਲਬਾਤ ਕਰ ਚੁੱਕੇ ਹਾਂ, ਜਿਵੇਂ ਰਿਪੀਟ ਬਰੀਡਿੰਗ ਹੋ ਗਈ ਜਾਂ ਮਸਟਾਈਟਸ ਹੋ ਗਿਆ ਜਾਂ ਲੰਗੜੇਪਨ ਦੀਆਂ ਬਿਮਾਰੀਆਂ ਹੋ ਗਈਆਂ। ਇਸ ਤੋਂ ਇਲਾਵਾ ਚਿੱਚੜਾਂ ਦੁਆਰਾ ਹੋਣ ਵਾਲੀਆਂ ਕੁਝ ਖਾਸ ਬਿਮਾਰੀਆਂ ਜੋ ਭਾਰੀ ਨੁਕਸਾਨ ਦਾ ਕਾਰਨ ਬਣਦੀਆਂ। ਜਿਸ ਤਰ੍ਹਾਂ ਅੱਜ ਆਪਾਂ ਗੱਲ ਕਰਾਂਗੇ ਜਿਹੜੀਆਂ ਬਿਮਾਰੀਆਂ ਬਾਰੇ, ਉਹ ਨੇ ਮੂੰਹ ਖੁਰ ਦੀ ਬਿਮਾਰੀ, ਗਲ ਘੋਟੂ ਦੀ ਬਿਮਾਰੀ ਤੇ ਲੰਗੜੇ ਬੁਖਾਰ ਦੀ ਬਿਮਾਰੀ। ਇਹ ਅਜਿਹੀਆਂ 3 ਬਿਮਾਰੀਆਂ ਨੇ ਜੋ ਸਾਡੇ ਕਿਸਾਨ ਵੀਰਾਂ ਦਾ ਬਹੁਤ ਭਾਰੀ ਨੁਕਸਾਨ ਕਰਦੀਆਂ ਅਤੇ ਕਈ ਵਾਰ ਇਹ ਨੁਕਸਾਨ ਇੰਨਾ ਜ਼ਿਆਦਾ ਹੋ ਜਾਂਦਾ ਵੀ ਸਾਡਾ ਕਿਸਾਨ ਵੀਰ ਸਾਰੀ ਉਮਰ ਇਸ ਨੁਕਸਾਨ ਤੋਂ ਉੱਠ ਨਹੀਂ ਪਾਉਂਦਾ। ਇਹ ਬਿਮਾਰੀਆਂ ਜਿਹੜੀਆਂ ਜਿਸ ਤਰ੍ਹਾਂ ਨੁਕਸਾਨ ਦੇ ਕਰਦੀਆਂ ਹੀ ਨੇ, ਇਹ ਫੈਲਦੀਆਂ ਕਿੱਦਾਂ? ਜੇ ਆਪਾਂ ਇਹਦੀ ਗੱਲ ਕਰੀਏ ਤਾਂ ਜਿਵੇਂ ਆਪਾਂ FMD ਦੀ ਗੱਲ ਕੀਤੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਮੂੰਹ ਖੁਰ ਦੀ ਬਿਮਾਰੀ। ਇਹ ਇੱਕ ਕੰਟੇਜੀਅਸ ਡਿਜ਼ੀਜ਼ ਹੈ। ਇਹ ਹਵਾ ਦੇ ਥਰੂ ਫੈਲਦੀ ਆ, ਡਾਇਰੈਕਟ ਕੰਟੈਕਟ ਨਾਲ ਵੀ ਫੈਲਦੀਆਂ। ਇਹ ਸਾਰੀਆਂ ਬਿਮਾਰੀਆਂ ਦੀ ਆਪਾਂ ਗੱਲ ਕਰਦੇ ਹਾਂ ਵੀ ਜਿਵੇਂ ਇੱਕ ਤੋਂ ਫਾਰਮ ਤੋਂ ਦੂਸਰੇ ਫਾਰਮ 'ਤੇ ਆਪਾਂ ਜਾਂਦੇ ਹਾਂ, ਜੇ ਸਾਡੀ ਲੇਬਰ ਜਾ ਰਹੀ ਆ ਜਾਂ ਸਾਡੇ ਕੋਈ ਸਾਧਨ ਜਾ ਰਿਹਾ, ਟਰੈਕਟਰ ਟਰੋਲੀ ਜਾ ਰਹੀ ਆ, ਜਾਂ ਸਾਡੇ ਫਾਰਮ 'ਤੇ ਚੀਜ਼ਾਂ ਆ ਰਹੀਆਂ, ਮੰਨ ਲਓ ਫੀਡ ਦੀ ਗੱਡੀ ਆ ਰਹੀ ਆ, ਦੁੱਧ ਲੈਣ ਵਾਲਾ ਟੈਂਕਰ ਆ ਰਿਹਾ, ਤਾਂ ਜੋ ਵੀ ਚੀਜ਼ਾਂ ਸਾਡੇ ਫਾਰਮ ਦੇ ਅੰਦਰ ਆਉਂਦੀਆਂ ਜਾਂ ਬਾਹਰ ਜਾਂਦੀਆਂ, ਜੇ ਉਹ ਕਿਸੇ ਇਨਫੈਕਟਡ ਫਾਰਮ ਤੋਂ ਆ ਜਾਣ ਜਾਂ ਉਹ ਕਿਸੇ ਇਨਫੈਕਟਡ ਬੰਦੇ ਦੇ ਟੱਚ ਵਿੱਚ ਆ ਜਾਣ, ਤਾਂ ਇਹ ਬਿਮਾਰੀਆਂ ਡਾਇਰੈਕਟਲੀ ਸਾਡੇ ਫਾਰਮ ਤਾਂ ਆ ਜਾਂਦੀਆਂ। ਤਾਂ ਇਹਨਾਂ ਦੇ ਆਉਣ ਦੇ ਨਾਲ ਇਹ ਬਿਮਾਰੀਆਂ ਜਿਹੜੀਆਂ ਫੈਲ ਸਕਦੀਆਂ। ਤਾਂ ਸਾਡੇ ਕਿਸਾਨ ਵੀਰਾਂ ਨੂੰ ਇਹਨਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਵੀ ਜਿਹੜੀ ਆਪਣੇ ਫਾਰਮ ਦੀ ਦੇਖ ਰੇਖ ਆ ਉਹ ਇਸ ਤਰੀਕੇ ਨਾਲ ਆਪਾਂ ਨੂੰ ਕਰਨੀ ਚਾਹੀਦੀ ਹੈ ਵੀ ਆਪਾਂ ਇਹਨਾਂ ਬਿਮਾਰੀਆਂ ਤੋਂ ਆਪਣੇ ਪਸ਼ੂਆਂ ਨੂੰ ਬਚਾ ਸਕੀਏ। ਅੱਛਾ ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਗੱਲ ਤੋਰੀ ਹੈ, ਮੈਂ ਇੱਥੇ ਇਹ ਜਾਣਨਾ ਚਾਹਾਂਗਾ ਕਿ ਕਿਸਾਨ ਵੀਰਾਂ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਆਪਣੇ ਫਾਰਮ 'ਤੇ ਕਰਨੇ ਚਾਹੀਦੇ ਨੇ ਤੇ ਕਿਹੜੀਆਂ ਗੱਲਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਦੇ ਪਸ਼ੂ ਇਹਨਾਂ ਬਿਮਾਰੀਆਂ ਤੋਂ ਬਚੇ ਰਹਿਣ? ਜੀ ਬਿਲਕੁਲ, ਜੇ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਸਾਡੇ ਕਿਸਾਨ ਵੀਰਾਂ ਨੂੰ ਸਭ ਤੋਂ ਜ਼ਰੂਰੀ ਹੈ ਵੈਕਸੀਨੇਸ਼ਨ ਕਰਵਾਉਣੀ। ਕਿਉਂਕਿ ਜਿਸ ਤਰ੍ਹਾਂ ਆਪਾਂ ਮੂੰਹ ਖੁਰ ਦੀ ਗੱਲ ਕਰ ਰਹੇ ਹਾਂ, ਇਹ ਇੱਕ ਵਾਇਰਲ ਡਿਜ਼ੀਜ਼ ਆ। ਜਿਸ ਤਰ੍ਹਾਂ ਗਲ ਘੋਟੂ ਦੀ ਗੱਲ ਕੀਤੀ ਹੈ, ਇਹ ਇੱਕ ਬੈਕਟੀਰੀਅਲ ਡਿਜ਼ੀਜ਼ ਆ। ਜਿਹੜੀ ਵਾਇਰਸ ਆ, ਜਿਸ ਤਰ੍ਹਾਂ ਆਪਾਂ ਨੂੰ ਪਤਾ ਵੀ ਵਾਇਰਸ ਦਾ ਇਲਾਜ ਕੋਈ ਨਹੀਂ, ਇਹ ਬੜੇ ਸਪੀਡ ਨਾਲ ਫੈਲਦੀਆਂ ਇੱਕਦਮ। ਤਾਂ ਇਹਨਾਂ ਦਾ ਸਭ ਤੋਂ ਜ਼ਰੂਰੀ ਹੈ ਵੈਕਸੀਨੇਸ਼ਨ, ਜਿਹੜੀ ਆਪਣੇ ਪਸ਼ੂਆਂ ਨੂੰ ਇਸ ਬਿਮਾਰੀ ਤੋਂ ਬਚਾ ਸਕਦੀ ਹੈ। ਕਿਉਂਕਿ ਜਿਨ੍ਹਾਂ ਬਿਮਾਰੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹਨਾਂ 3 ਬਿਮਾਰੀਆਂ ਦੀ ਵੈਕਸੀਨੇਸ਼ਨ ਸਾਡੇ ਜਿਹੜੀ ਹੈਗੀ ਆ ਮੌਜੂਦ ਹੈ। ਅਤੇ ਸਾਡੀ ਜਿਹੜੀ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਤਾਂ ਸਾਡੀ ਪੰਜਾਬ ਸਰਕਾਰ ਸਮੇਂ ਅਨੁਸਾਰ ਸਾਲ 'ਚ 2 ਵਾਰੀ, ਇੱਕ ਤਾਂ ਜੂਨ ਜੁਲਾਈ ਦੇ ਮਹੀਨੇ 'ਚ, ਫਿਰ ਦਸੰਬਰ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਵੈਕਸੀਨੇਸ਼ਨ ਬਿਲਕੁਲ ਫ੍ਰੀ ਕਰਦੀ ਹੈ। ਜੇ ਆਪਾਂ ਮੂੰਹ ਖੁਰ ਦੀ ਗੱਲ ਕਰੀਏ ਉਹ ਵੀ ਫ੍ਰੀ ਕੀਤੀ ਜਾਂਦੀ ਹੈ, ਜੇ ਆਪਾਂ HS ਦੀ ਗੱਲ ਕਰੀਏ ਉਹ ਵੀ ਫ੍ਰੀ ਕੀਤੀ ਜਾਂਦੀ ਹੈ। ਇਹਨਾਂ ਬਿਮਾਰੀਆਂ ਦੀਆਂ ਜਿਹੜੀ ਇਹ ਵੈਕਸੀਨ ਆ ਗੌਰਮੈਂਟ ਅਲੱਗ-ਅਲੱਗ ਕਰਦੀ ਹੈ, ਪਰ ਜੇ ਸਾਡੇ ਕਿਸਾਨ ਵੀਰ ਚਾਹੁੰਦੇ ਹੋਣ ਤਾਂ ਇਹ ਬਿਮਾਰੀਆਂ ਦੀ ਜਿਹੜੀ ਵੈਕਸੀਨ ਆ ਉਹ ਮਾਰਕੀਟ ਦੇ ਵਿੱਚੋਂ ਵੀ ਮਿਲਦੀ ਹੈ ਪ੍ਰਾਈਵੇਟ ਤੌਰ 'ਤੇ, ਔਰ 3 ਬਿਮਾਰੀਆਂ ਦੀ ਇਕੱਠੀ ਵੈਕਸੀਨ ਵੀ ਆਉਂਦੀ ਹੈ। ਤਾਂ ਮੈਂ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਨੀ ਚਾਹੂੰਗਾ ਵੀ ਇਹਨਾਂ ਬਿਮਾਰੀਆਂ ਦਾ ਹੋਰ ਹੱਲ ਕੋਈ ਨਹੀਂ, ਸਭ ਤੋਂ ਜ਼ਰੂਰੀ ਹੈ ਵੈਕਸੀਨੇਸ਼ਨ। ਜੇ ਆਪਾਂ ਵੈਕਸੀਨੇਸ਼ਨ ਆਪਣੇ ਫਾਰਮ 'ਤੇ ਕਰਾਂਗੇ ਤਾਂ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਤੋਂ ਇਲਾਵਾ ਜੋ ਚੀਜ਼ਾਂ ਆਪਾਂ ਫਾਰਮ 'ਤੇ ਕਰ ਸਕਦੇ ਹਾਂ, ਜੇਕਰ ਇਹ ਬਿਮਾਰੀ ਆਉਂਦੀ ਆ ਜਾਂ ਨਹੀਂ ਵੀ ਆਉਂਦੀ ਤਾਂ ਜਿਹੜੇ ਸਾਡੇ ਵੱਡੇ ਫਾਰਮਰ ਨੇ, ਲਾਰਜ ਫਾਰਮਰ ਨੇ, ਉਹਨਾਂ ਨੂੰ ਬਾਇਓਸਿਕਿਉਰਿਟੀ ਜ਼ਰੂਰ ਅਪਣਾਉਣੀ ਚਾਹੀਦੀ ਹੈ। ਬਾਇਓਸਿਕਿਉਰਿਟੀ ਦੀ ਗੱਲ ਕਰੀਏ ਤਾਂ ਆਪਣੇ ਫਾਰਮ ਦੀ ਜਿਹੜੀ ਐਂਟਰੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨੂੰ ਮੈਨੇਜ ਕਰਨਾ ਚਾਹੀਦਾ ਵੀ ਜੋ ਬਾਹਰ ਤੋਂ ਆ ਰਿਹਾ ਜਾਂ ਆਪਣੇ ਅੰਦਰ ਤੋਂ ਬਾਹਰ ਜਾ ਰਿਹਾ, ਉਹ ਕਿਸੇ ਵੀ ਕਾਰਨ ਕਰਕੇ ਇਹਨਾਂ ਬਿਮਾਰੀਆਂ ਦੇ ਜਿਹੜੇ ਟੱਚ 'ਚ ਨਾ ਆਵੇ। ਇਹ ਬਿਮਾਰੀਆਂ ਦੇ ਜੋ ਵਾਇਰਸ ਆ ਜਾਂ ਬੈਕਟੀਰੀਆ ਵਾ ਉਹ ਆਪਣੇ ਫਾਰਮ 'ਤੇ ਘੱਟ ਤੋਂ ਘੱਟ ਐਂਟਰ ਕਰ ਪਾਉਣ। ਇਸ ਤੋਂ ਇਲਾਵਾ ਜਿਵੇਂ ਫੁੱਟਬਾਥ ਹੋ ਗਏ ਜਾਂ ਵਹੀਕਲ ਬਾਥ ਹੋ ਗਈ, ਇਹ ਸਾਨੂੰ ਅਪਣਾਉਣੀ ਚਾਹੀਦੀ ਹੈ।
ਜਿਹੜਾ ਸਾਡਾ ਚੀਜ਼ਾਂ ਦਾ ਲੈਣ ਦੇਣ ਆ ਕਿਸੇ ਹੋਰ ਫਾਰਮਰ ਨਾਲ, ਉਹਨੂੰ ਘੱਟ ਤੋਂ ਘੱਟ ਰੱਖਣਾ ਚਾਹੀਦਾ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਖਾਸ ਤੌਰ ਤੇ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਜੇ ਬਾਇਓਸਿਕਿਉਰਿਟੀ ਦੀ ਆਪਾਂ ਗੱਲ ਕੀਤੀ ਆ, ਇਹਦੇ ਵਿੱਚ ਇਹ ਆ ਵੀ ਜਿਸ ਤਰ੍ਹਾਂ ਆਪਾਂ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਫੀਡ ਕੰਪਨੀ ਤੋਂ ਕਿਤੋਂ ਫੀਡ ਬਣਾਉਂਦੇ ਆ, ਤਾਂ ਕਿਤੇ ਨਾ ਕਿਤੇ ਇੱਕ ਕਾਰਨ ਇਹ ਹੋ ਸਕਦਾ ਵਾ ਜੋ ਆਪਾਂ ਰੀਯੂਜ਼ ਕਰ ਰਹੇ ਹਾਂ ਬੈਗ ਨੂੰ, ਕਈ ਵਾਰ ਉਹ ਕਿਸੇ ਇਨਫੈਕਟਡ ਫਾਰਮ ਦਾ ਆਇਆ ਹੋਵੇ ਤਾਂ ਉਹ ਵੀ ਇੱਕ ਕਾਰਨ ਹੋ ਸਕਦਾ ਵੀ ਇਹ ਬਿਮਾਰੀ ਸਾਡੇ ਫਾਰਮ ਤੇ ਆ ਜੇ। ਇਸ ਤੋਂ ਇਲਾਵਾ ਆਪਣੇ ਬਹੁਤ ਸਾਰੀਆਂ ਕੰਪਨੀਆਂ ਦੇ ਡਿਸਇਨਫੈਕਟੈਂਟ ਆਉਂਦੇ ਆ, ਤਾਂ ਆਪਾਂ ਨੂੰ ਸਮੇਂ-ਸਮੇਂ 'ਤੇ ਉਹਨਾਂ ਡਿਸਇਨਫੈਕਟੈਂਟ ਦੀ ਵਰਤੋਂ ਕਰਨੀ ਚਾਹੀਦੀ ਆ। ਔਰ ਆਪਣੇ ਪਸ਼ੂਆਂ ਦੇ ਵਿੱਚ ਸਾਨੂੰ ਉਹਨਾਂ ਦੀ ਇਮਿਊਨਿਟੀ ਲਈ ਜਿੱਦਾਂ ਮਿਨਰਲ ਹੋ ਗਏ, ਜਿਹਨੂੰ ਆਪਾਂ ਧਾਤਾਂ ਦਾ ਚੂਰਾ ਕਹਿੰਦੇ ਆ ਜਾਂ ਖਣਿਜ ਕਹਿੰਦੇ ਆ, ਉਹਨਾਂ ਦੀ ਇਮਿਊਨਿਟੀ ਬਣਾਈ ਰੱਖਣ ਲਈ ਉਹਨਾਂ ਧਾਤਾਂ ਦੇ ਚੂਰਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ 'ਚ ਮਾਈਕਰੋ ਨਿਊਟ੍ਰੀਐਂਟ ਜਿਵੇਂ ਆਪਾਂ ਕਹਿ ਲਈਏ ਜ਼ਿੰਕ ਜਾਂ ਕਾਪਰ ਜਾਂ ਮੈਂਗਨੀਜ਼ ਭਰਪੂਰ ਮਾਤਰਾ 'ਚ ਹੋਣ, ਤਾਂ ਕਿ ਸਾਡੇ ਪਸ਼ੂਆਂ ਦੀ ਇਮਿਊਨਿਟੀ ਬਣੀ ਰਵੇ ਤੇ ਇਹਨਾਂ ਬਿਮਾਰੀਆਂ ਤੋਂ ਸਾਡੇ ਜਿਹੜੇ ਪਸ਼ੂ ਹੈਗੇ ਬਚ ਸਕਣ। ਤੇ ਇਹਨਾਂ ਬਿਮਾਰੀਆਂ ਦਾ ਜਿਵੇਂ ਪਸ਼ੂ ਦੀ ਸਿਹਤ ਦੇ ਉੱਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੰਨੀ ਇਹ ਖਤਰਨਾਕ ਹੈ ਤੇ ਅਸਰ ਤੇ ਕਾਫੀ ਹੱਦ ਤੱਕ ਹੁੰਦਾ ਹੈਗਾ। ਹਾਂਜੀ ਬਿਲਕੁਲ, ਇਹਨਾਂ ਦਾ ਬਿਮਾਰੀਆਂ ਦਾ ਅਸਰ ਪਸ਼ੂ ਦੀ ਸਿਹਤ 'ਤੇ ਬਹੁਤ ਲੰਬਾ ਹੁੰਦਾ ਔਰ ਕਈ ਵਾਰ ਇਹ ਬਿਮਾਰੀਆਂ ਪਸ਼ੂ ਨੂੰ ਨਕਾਰਾ ਵੀ ਕਰ ਜਾਂਦੀਆਂ। ਜਿਸ ਤਰ੍ਹਾਂ ਆਪਾਂ FMD ਦੀ ਗੱਲ ਕਰੀਏ ਤਾਂ ਇਹ ਅਸੀਂ ਦੇਖਿਆ ਫੀਲਡ ਵਿੱਚ ਕਈ ਵਾਰ ਇਹ ਮੂੰਹ ਦੇ ਵਿੱਚ ਛਾਲੇ ਕਰਦੀ ਹੈ ਤੇ ਪਸ਼ੂ ਦੀ ਜੀਭ ਤੱਕ ਟੁੱਟ ਕੇ ਡਿੱਗ ਪੈਂਦੀ ਥੱਲੇ ਔਰ ਪਸ਼ੂ ਸਾਰੀ ਉਮਰ ਲਈ ਨਕਾਰਾ ਹੋ ਜਾਂਦਾ। ਜੇ HS ਦੀ ਗੱਲ ਕਰੀਏ ਤਾਂ ਇਹ ਸਡਨਲੀ ਅਟੈਕ ਕਰਦੀ, ਕਈ ਵਾਰ ਪਸ਼ੂ ਦੀ ਡੈਥ ਵੀ ਹੋ ਜਾਂਦੀ ਹੈ। ਮੈਨੂੰ ਲੱਗਦਾ ਕਿ ਜਿਵੇਂ ਡਾਕਟਰ ਸਾਹਿਬ ਤੁਹਾਨੂੰ ਦੱਸ ਰਹੇ ਨੇ ਕਿ ਕਿਸ ਹੱਦ ਤੱਕ ਇਹ ਬਿਮਾਰੀ ਜਿਹੜੀ ਹੈ ਉਹ ਪਸ਼ੂਆਂ ਲਈ ਤੇ ਤੁਹਾਡੇ ਲਈ ਵੀ ਖਤਰਨਾਕ ਹੋ ਸਕਦੀ ਹੈ, ਇਸ ਲਈ ਇਸ ਤੋਂ ਬਚਾਅ, ਇਸ ਦੀ ਰੋਕਥਾਮ ਜਿਹੜੀ ਹੈ ਬਹੁਤ ਜ਼ਰੂਰੀ ਹੈ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਅਸੀਂ ਕਿਸਾਨ ਵੀਰਾਂ ਨਾਲ ਸਿੱਧਾ ਸੰਪਰਕ ਸਾਧਾਂਗੇ ਤੇ ਉਹਨਾਂ ਦੇ ਸਵਾਲ ਵੀ ਜਾਣਾਂਗੇ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਤੇ ਅੱਜ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਦੀਆਂ ਉਹ ਖਾਸ ਬਿਮਾਰੀਆਂ ਜੋ ਕਰਨ ਭਾਰੀ ਨੁਕਸਾਨ, ਜਿਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਅਸੀਸ ਤੋਂ ਡਾਕਟਰ ਲਖਵੀਰ ਸਿੰਘ। ਤੇ ਡਾਕਟਰ ਸਾਹਿਬ ਹੁਣ ਕਿਸਾਨ ਵੀਰਾਂ ਨਾਲ ਸਿੱਧਾ ਸੰਪਰਕ ਸਾਧਾਂਗੇ, ਉਹਨਾਂ ਦੇ ਸਵਾਲ ਜਾਣਾਂਗੇ। ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਜਸਪ੍ਰੀਤ ਸਿੰਘ, ਜੱਸੀ ਪਿੰਡ ਕਮਾਲੂ ਸਵੈਚ, ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ ਮੈਂ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਵੀ ਜਿਹੜੇ ਪਿੰਡਾਂ ਦੇ ਵਿੱਚ ਮੂੰਹ ਖੁਰ ਤੋਂ ਪਸ਼ੂਆਂ ਦੇ ਟੀਕੇ ਲੱਗਦੇ ਆ ਜੀ, ਉਹ ਆਪਣੇ ਕਿਸਾਨ ਵੀਰ ਡਰਦੇ ਕਿਉਂ ਆ ਜੀ ਲਵਾਉਣ ਤੋਂ ਟੀਕੇ? ਉਹ ਕੀ ਚੱਕਰ ਆ ਜੀ, ਦੱਸੋ ਸਾਨੂੰ। ਹਾਂ ਬਿਲਕੁਲ ਜਸਪ੍ਰੀਤ ਜੀ, ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ, ਕਿਉਂਕਿ ਅਸੀਂ ਪਿੰਡਾਂ 'ਚ ਦੇਖਦੇ ਹਾਂ ਵੀ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਖਾਸ ਕਰਕੇ ਮੂੰਹ ਖੁਰ ਦੀ ਵੈਕਸੀਨ ਕਰਾਉਣ ਤੋਂ ਡਰਦੇ ਆ, ਕਿਉਂਕਿ ਇਹਦੇ ਨਾਲ ਜੁੜਿਆ ਹੋਇਆ ਵੀ ਮੂੰਹ ਖੁਰ ਦੀ ਵੈਕਸੀਨ ਕਰਾਉਣ ਦੇ ਨਾਲ ਪਸ਼ੂਆਂ 'ਚ ਬੁਖਾਰ ਆ ਜਾਂਦਾ, ਪਸ਼ੂ ਪੱਠੇ ਖਾਣੇ ਛੱਡ ਦਿੰਦੇ ਆ ਜਾਂ ਪਸ਼ੂਆਂ 'ਚ ਦੁੱਧ ਘਟ ਜਾਂਦਾ। ਉਹ ਕਈ ਵਾਰ ਇਹ ਵੀ ਆ ਵੀ ਬੱਚੇ ਜਿਹੜੇ ਪਸ਼ੂ ਛੁੱਟ ਦਿੰਦੇ ਆ। ਤਾਂ ਇਹਦੇ 'ਚ ਧਿਆਨ ਰੱਖਣ ਯੋਗ ਇੱਕੋ ਹੀ ਗੱਲ ਆ ਵੀ ਇਹ ਵੈਕਸੀਨ ਜਿਹੜੀ ਆ ਇੱਕ ਤਾਂ 6 ਮਹੀਨੇ ਤੋਂ ਜਿਹੜੇ ਛੋਟੇ ਬੱਚੇ ਆ ਉਹਨਾਂ 'ਚ ਨਹੀਂ ਲੱਗਦੀ, ਇੱਕ ਜਿਹੜੇ ਪਸ਼ੂ ਐਡਵਾਂਸ ਪ੍ਰੈਗਨੈਂਸੀ ਚਲੇ ਗਏ ਜਿਨ੍ਹਾਂ ਦੇ ਸੂਣ ਦੇ ਵਿੱਚ ਥੋੜ੍ਹਾ ਟਾਈਮ ਰਹਿ ਗਿਆ, ਜਿੱਦਾਂ ਕਹਿ ਲਈਏ ਆਪਾਂ 2-3 ਮਹੀਨੇ ਰਹਿ ਗਏ, ਉਹਨਾਂ 'ਚ ਨਹੀਂ ਲੱਗਦੀ। ਤਾਂ ਬਾਕੀ ਜਿਹੜੇ ਆ ਇਹ ਆਪਣੇ ਵੈਸੇ ਹੀ ਵਹਿਮ ਭਰਮ ਆ। ਇਹ ਇੱਕ ਨੋਰਮਲ ਪ੍ਰੋਸੈਸ ਹੁੰਦਾ, ਜਦੋਂ ਵੈਕਸੀਨ ਲੱਗਦੀ ਆ ਤਾਂ ਸਰੀਰ ਨੇ ਵੈਕਸੀਨ ਜਿਹੜੀ ਲੱਗੀ ਆ ਉਹਦੇ ਨਾਲ ਲੜਨ ਲਈ ਆਪਦੀ ਜੋ ਸ਼ਮਤਾ ਤਿਆਰ ਕਰਨੀ ਹੁੰਦੀ ਆ। ਉਹਦੇ 'ਚ ਕੀ ਆ, ਕਈ ਵਾਰ ਪਸ਼ੂ ਨੂੰ ਬੁਖਾਰ ਆ ਜਾਂਦਾ। ਜਦੋਂ ਪਸ਼ੂ ਨੂੰ ਬੁਖਾਰ ਆਉਂਦਾ ਉਹ ਪੱਠੇ 1-2 ਦਿਨ ਲਈ ਘੱਟ ਕਰ ਦਿੰਦਾ ਜਾਂ ਦੁੱਧ ਘੱਟ ਜਾਂਦਾ। ਤਾਂ ਇਹ ਇੱਕ ਨੋਰਮਲ ਗੱਲ ਆ, ਇਹ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ, ਸਾਨੂੰ ਵੈਕਸੀਨੇਸ਼ਨ ਕਰਾਉਣੀ ਚਾਹੀਦੀ ਆ। ਐਗਜ਼ਾਮਪਲ ਦੇ ਤੌਰ 'ਤੇ ਆਪਾਂ ਕਰੋਨਾ ਦੀ ਵੈਕਸੀਨੇਸ਼ਨ ਕਰਾਉਂਦੇ ਆ। ਕਰੋਨਾ ਦੀ ਵੈਕਸੀਨ ਕਰਾਉਣ ਤੋਂ ਬਾਅਦ ਆਪਾਂ ਨੂੰ ਬੁਖਾਰ ਆਉਂਦਾ, 1 ਦਿਨ ਬੁਖਾਰ ਰਹਿੰਦਾ, ਉਦੋਂ ਬਾਅਦ 'ਚੋਂ ਆਪਾਂ ਠੀਕ ਆ, ਆਪਾਂ ਸਾਰੀ ਉਮਰ ਲਈ ਉਸ ਬਿਮਾਰੀ ਦੇ ਨਾਲ ਲੜਨ ਦੇ ਕਾਬਲ ਹੋ ਗਏ। ਇਸੇ ਤਰ੍ਹਾਂ ਹੀ ਜਿਹੜੀ ਇਹ FMD ਦੀ ਵੈਕਸੀਨ ਆ, ਇਹ ਜਿਵੇਂ ਪਸ਼ੂਆਂ 'ਚ ਲੱਗਦੀ ਆ, ਬੁਖਾਰ ਆਉਂਦਾ, ਦੁੱਧ ਘੱਟਦਾ, ਇੱਕ ਨੈਚੁਰਲ ਗੱਲ ਆ। ਪਰ ਇੱਥੇ ਇੱਕ ਗੱਲ ਖਾਸ ਤੌਰ 'ਤੇ ਧਿਆਨ ਰੱਖਣ ਯੋਗ ਆ, ਜੇ ਵੈਕਸੀਨ ਨਹੀਂ ਕਰਾਉਂਦੇ ਤਾਂ ਕਈ ਵਾਰ ਅਜਿਹਾ ਦੁੱਧ ਘਟਦਾ ਜਿਹੜਾ ਸਾਰੀ ਉਮਰ ਨਹੀਂ ਪੈਦਾ ਹੋ ਸਕਦਾ ਦੁਬਾਰਾ ਤੋਂ, ਸਾਡਾ ਨੁਕਸਾਨ ਬਹੁਤ ਵੱਡਾ ਹੋ ਜਾਂਦਾ। ਬਿਲਕੁਲ, ਡਾਕਟਰ ਸਾਹਿਬ ਨੇ ਕਿਹਾ ਹੈ ਜਿਵੇਂ ਤੁਹਾਨੂੰ ਕਿ ਤੁਸੀਂ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ ਵੈਕਸੀਨ ਨਹੀਂ ਕਰਵਾਉਂਦੇ ਹੋ ਤਾਂ ਨੁਕਸਾਨ ਜਿਹੜਾ ਹੈ ਉਹ ਜ਼ਿਆਦਾ ਭਾਰੀ ਹੋ ਸਕਦਾ ਹੈ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਆ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੇਰਾ ਨਾਮ ਸਤਨਾਮ ਸਿੰਘ ਹੈ ਜੀ, ਜਲੰਧਰ ਜ਼ਿਲ੍ਹੇ 'ਚ ਆਪਣਾ ਅਮਾਨ ਚਾਰਵੀਂ ਪਿੰਡ ਹੈ ਜੀ। ਆਪਣਾ ਸਵਾਲ ਪੁੱਛੋ ਜੀ। ਸਾਨੂੰ ਇਹ ਸਵਾਲ ਪੁੱਛਣਾ ਸੀ ਡਾਕਟਰ ਸਾਹਿਬ ਤੁਹਾਡੇ ਤੋਂ, ਇੱਕ FMT ਜੀ ਤੇ ਇੱਕ BS ਜਿਹੜੀ ਹੈ ਬਰੂਟਲੋਸਿਸ ਬਿਮਾਰੀ, ਇਹਦਾ ਪੱਕਾ ਇਲਾਜ ਹੈਗਾ ਜੀ ਕੋਈ? ਜਿਹੜੀਆਂ ਬਿਮਾਰੀਆਂ ਦੀ ਤੁਸੀਂ ਗੱਲ ਕਰ ਰਹੇ ਹੋ, FMD ਹੋ ਗਈ ਜਾਂ BK ਹੋ ਗਿਆ, ਇਹਦਾ ਪੱਕਾ ਇਲਾਜ ਕੋਈ ਨਹੀਂ। ਇਹਦਾ ਇਲਾਜ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਵੈਕਸੀਨੇਸ਼ਨ ਇਹਦਾ ਸਿਰਫ ਇਲਾਜ ਹੈ। ਵੈਕਸੀਨੇਸ਼ਨ ਸਾਨੂੰ ਕਰਾਉਣੀ ਬਹੁਤ ਜ਼ਰੂਰੀ ਹੈ, ਪਰ ਅਸੀਂ ਫੀਲਡ 'ਚ ਦੇਖਦੇ ਹਾਂ, ਕਸਬਿਆਂ ਦੇ ਵਿੱਚ ਤੁਰੇ ਫਿਰਦੇ ਜਾਂ ਪਿੰਡਾਂ ਸ਼ਹਿਰਾਂ 'ਚ ਤੁਰੇ ਫਿਰਦੇ ਹਾਂ, ਅਤੇ ਹਰ ਜਗ੍ਹਾ 'ਤੇ ਅਲੱਗ-ਅਲੱਗ ਵਹਿਮ ਜ਼ਰੂਰ ਜੁੜੇ ਨੇ ਇਹਨਾਂ ਬਿਮਾਰੀਆਂ ਦੇ ਨਾਲ। ਉਹ ਵਹਿਮਾਂ ਦੇ ਵਿੱਚ ਇਹ ਆ ਵੀ ਕਈ ਜਗ੍ਹਾ 'ਤੇ ਹੁੰਦਾ, ਅਸੀਂ ਫੀਲਡ 'ਚ ਦੇਖਦੇ ਹਾਂ ਵੀ ਲੋਕ ਕਹਿੰਦੇ ਮੱਛੀ ਲਿਆ ਕੇ ਆਪਣੇ ਫਾਰਮ 'ਤੇ ਟੰਗ ਦਿਓ, ਇਹਦੇ ਨਾਲ ਜਿਹੜਾ ਵਾਇਰਸ ਮੱਛੀ ਨਾਲ ਲੱਗ ਜਾਂਦਾ ਅਤੇ ਪਸ਼ੂਆਂ ਨੂੰ ਨਹੀਂ ਹੁੰਦਾ। ਜਾਂ ਕਈ ਜਗ੍ਹਾ 'ਤੇ ਇਹਨਾਂ ਦੇ ਹੱਥ ਥੌਲੇ ਪਾਏ ਜਾਂਦੇ। ਅੱਜ ਕੱਲ੍ਹ
ਨਵੀਂ ਚੀਜ਼ਾਂ ਦੇਖਣ ਨੂੰ ਮਿਲੀਆਂ ਵੀ ਟੈਲੀਫੋਨ ਤੇ ਐਫਐਮਡੀ ਦਾ ਥੌਲਾ ਪਾ ਦਿੰਦੇ ਲੋਕ, ਜਿਹੜੀ ਕਿ ਇੱਕ ਵਾਇਰਲ ਡਿਜ਼ੀਜ਼ ਆ। ਤਾਂ ਇਹਦਾ ਇਲਾਜ ਦੀ ਜੇ ਤੁਸੀਂ ਗੱਲ ਕਰਦੇ ਹੋ ਤਾਂ ਇਲਾਜ ਸਿਰਫ ਵੈਕਸੀਨੇਸ਼ਨ ਆ, ਤੇ ਵੈਕਸੀਨੇਸ਼ਨ ਸਾਡੇ ਪਸ਼ੂਆਂ ਨੂੰ ਕਰਾਉਣੀ ਬਹੁਤ ਜ਼ਰੂਰੀ ਆ। ਅਸੀਂ ਆਸ਼ੀਸ਼ ਕੰਪਨੀ ਵੱਲੋਂ ਜਿਹੜੇ ਹੈਗੇ ਆ FGM ਕਰਦੇ ਆ, ਜਿਹਨੂੰ ਕਹਿੰਦੇ ਆ ਵੀ ਫਾਰਮਰ ਗਰੁੱਪ ਮੀਟਿੰਗਸ ਹੋ ਗਈਆਂ, ਛੋਟੇ ਫਾਰਮਰਾਂ ਨਾਲ ਵੀ ਵੱਡੇ ਫਾਰਮਰਾਂ ਨਾਲ ਵੀ। ਜਿਹੜੀ ਸਾਡੀ ਟੈਕਨੀਕਲ ਟੀਮ ਆ, ਇਸ ਤੋਂ ਇਲਾਵਾ ਜਿਹੜੀ ਸਾਡੀ ਸੇਲਜ਼ ਟੀਮ ਆ, ਉਹ ਸਾਰੇ ਬੰਦੇ ਇਹਨਾਂ ਦਿਨਾਂ ਦੌਰਾਨ ਜਿੱਥੇ ਕਿ ਇਹ ਬਿਮਾਰੀ ਆਉਣ ਦੇ ਚਾਂਸ ਹੁੰਦੇ ਜਾਂ ਆ ਜੇ, ਤਾਂ ਅਸੀਂ ਫਾਰਮਰਾਂ ਨੂੰ ਅਵੇਅਰ ਕਰਦੇ ਹਾਂ ਵੀ ਇਹਦੀ ਵੈਕਸੀਨੇਸ਼ਨ ਸਮੇਂ ਸਿਰ ਕਰਵਾਓ। ਅਸੀਂ ਤਾਂ ਜਿਹੜੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਹੁੰਦੀਆਂ ਜਾਂ ਕਲੱਬ ਹੁੰਦੇ ਆ, ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ, ਉਹਨਾਂ ਨੂੰ ਵੀ ਨਿਖਿਲ ਜੀ ਇਹ ਕਹਿੰਦੇ ਆ ਵੀ ਇਹ ਵੀ ਇੱਕ ਸਮਾਜ ਸੇਵੀ ਦਾ ਕੰਮ ਆ। ਤੁਸੀਂ ਰਲ ਮਿਲ ਕੇ ਜੋ ਸਰਕਾਰ ਦੇ ਨੁਮਾਇੰਦੇ ਆਉਂਦੇ ਆ ਉਹਨਾਂ ਦੇ ਨਾਲ ਮਿਲ ਕੇ ਵੈਕਸੀਨੇਸ਼ਨ ਕਰਾਓ। ਪੂਰੇ ਪਿੰਡ ਦੇ ਪਸ਼ੂਆਂ ਨੂੰ ਇੱਕੇ ਦਿਨ ਵੈਕਸੀਨੇਸ਼ਨ ਹੋ ਸਕੇ, 2 ਦਿਨਾਂ 'ਚ 3 ਦਿਨਾਂ 'ਚ ਕਰੋ। ਅਵਾਰਾ ਪਸ਼ੂ ਫਿਰਦੇ ਆ ਉਹਨਾਂ ਦੀ ਵੈਕਸੀਨੇਸ਼ਨ ਕਰੋ, ਤਾਂ ਜੋ ਅਸੀਂ ਇਸ ਬਿਮਾਰੀ ਨਾਲ ਲੜ ਲਈਏ, ਕਿਉਂਕਿ ਇਹ ਬਿਮਾਰੀ ਸਾਡੇ ਫਾਰਮਰ ਵੀਰਾਂ ਦਾ ਕਾਫੀ ਭਾਰੀ ਨੁਕਸਾਨ ਕਰਦੀ ਹੈ। ਇਸ ਲਈ ਜੇ ਅਸੀਂ ਇਹਦੀ ਵੈਕਸੀਨ ਰਲ ਮਿਲ ਕੇ ਕਰਾਂਗੇ ਤਾਂ ਅਸੀਂ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰ ਸਕਾਂਗੇ, ਕਿਉਂਕਿ ਇਹ ਬਿਮਾਰੀ ਸਾਡਾ ਕਾਫੀ ਵੱਡਾ ਨੁਕਸਾਨ ਕਰਦੀ ਹੈ। ਨਾਲ ਦੀ ਨਾਲ ਸਾਡੇ ਫਾਰਮਰ ਵੀਰ ਕਈ ਵਾਰ ਇਸ ਬਿਮਾਰੀ ਤੋਂ ਜਿਹੜੇ ਪਸ਼ੂ ਗ੍ਰਸਤ ਹੋ ਜਾਂਦੇ, ਉਹਨਾਂ ਦਾ ਕੋਈ ਕਰ ਵੀ ਨਹੀਂ ਸਕਦੇ, ਨਾ ਉਹਨਾਂ ਨੂੰ ਸੇਲ ਕਰ ਸਕਦੇ ਆ, ਨਾ ਉਹਨਾਂ ਨੂੰ ਕੋਲੇ ਰੱਖ ਸਕਦੇ ਆ। ਬਿਲਕੁਲ ਜੰਗੀ ਪੱਧਰ 'ਤੇ ਅਜਿਹੀ ਬਿਮਾਰੀ ਨਾਲ ਲੜਨ ਦੀ ਲੋੜ ਹੈ, ਅਤੇ ਜੰਗੀ ਪੱਧਰ 'ਤੇ ਵੈਕਸੀਨੇਸ਼ਨ ਜਿਹੜੀ ਹੈ ਉਹ ਕਰਵਾਉਣ ਦੀ ਲੋੜ ਹੈ, ਜਿਵੇਂ ਡਾਕਟਰ ਸਾਹਿਬ ਨੇ ਕਿਹਾ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਵੀ ਜਾਣਦੇ ਹਾਂ। ਮੈਂ ਮੇਜਰ ਸਿੰਘ ਬੋਲ ਰਿਹਾ ਜੀ, ਨੂਰਪੁਰ ਬੇਦੀ ਤੋਂ ਜੀ। ਮੇਜਰ ਜੀ ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ, ਜੇਕਰ ਮਤਲਬ FMD ਸਾਡੇ ਫਾਰਮ ਵਿੱਚ ਆ ਜਾਂਦੀ ਹੈ, ਉੱਪਰ ਆ ਜਾਂਦੀ ਹੈ, ਤੇ ਉਹ ਕਿੰਨਾ ਕੁ ਉਹਦਾ ਦੇਰ ਅਸਰ ਰਹਿੰਦਾ ਗਾ? ਜੀ ਬਿਲਕੁਲ ਮੇਜਰ ਸਿੰਘ ਜੀ, ਜੋ ਤੁਸੀਂ ਸਵਾਲ ਪੁੱਛਿਆ ਬਹੁਤ ਵਧੀਆ ਸਵਾਲ ਪੁੱਛਿਆ ਕਿ ਜੇ ਬਿਮਾਰੀਆਂ ਸਾਡੇ ਇਹ ਆ ਗਈਆਂ ਫਾਰਮ ਤੇ, FMD ਆ ਗਈ, ਤੇ ਕਿੰਨਾ ਕੁ ਚਿਰ ਸਾਡਾ ਨੁਕਸਾਨ ਕਰਕੇ ਜਾਂਦੀ ਹੈ। ਜੇ ਨੁਕਸਾਨਾਂ ਦੀ ਗੱਲ ਕਰੀਏ ਤਾਂ ਆਪਾਂ 2 ਤਰ੍ਹਾਂ ਦਾ ਨੁਕਸਾਨ ਹੈ ਸਾਡਾ ਕਰਦੀ ਹੈ। ਇੱਕ ਤਾਂ ਉਦੋਂ ਹੀ ਜਿਹੜਾ ਸਾਨੂੰ ਸਾਹਮਣੇ ਦਿਸ ਰਿਹਾ ਤੁਰੰਤ ਦੇ ਵਿੱਚ ਕੀ ਹੈ ਵੀ ਸਾਡੇ ਪਸ਼ੂ ਜਿਹੜੇ ਹੈਗੇ ਇਸ ਬਿਮਾਰੀਆਂ ਤੋਂ ਗ੍ਰਸਤ ਹੋਏ, ਪਸ਼ੂਆਂ ਨੂੰ ਬੁਖਾਰ ਆਇਆ ਜਾਂ ਪਸ਼ੂਆਂ ਨੇ ਮੂੰਹ 'ਚੋਂ ਲਾਰਾਂ ਸਿੱਟੀਆਂ, ਪਸ਼ੂ ਆਫ ਫੀਡ ਹੋ ਗਏ, ਦੁੱਧ ਘਟਣਾ ਸਟਾਰਟ ਹੋ ਗਿਆ, ਪਸ਼ੂ ਸਾਡੇ ਖਾਂਦੇ ਨਹੀਂ। ਇਸ ਤੋਂ ਬਾਅਦ ਕੀ ਹੈ, ਜੇ ਪਸ਼ੂ ਕੋਈ ਐਡਵਾਂਸ ਪ੍ਰੈਗਨੈਂਸੀ ਸੀਗੀ ਤਾਂ ਉਹਨਾਂ ਨੇ ਬੱਚਾ ਸੁੱਟਤਾ, ਤਾਂ ਹੌਲੀ ਹੌਲੀ ਮਸਟਾਈਟਸ ਹੋ ਗਈ, ਜਿਹੜੀਆਂ ਕਿ ਆਪਾਂ ਦੇਖਦੇ ਹਾਂ ਫਾਰਮਰਾਂ 'ਤੇ। FMD ਤੋਂ ਬਾਅਦ ਜਿਵੇਂ ਮੂੰਹ ਸੜੀ ਦੀ ਇੱਕ ਬਿਮਾਰੀ ਹੋ ਜਾਂਦੀ ਹੈ, ਸਾਡੇ ਫਾਰਮਰਾਂ ਨੂੰ ਆਮ ਫਾਰਮਰਾਂ ਨੂੰ ਪਤਾ ਵੀ ਇੱਕ ਮੂੰਹ ਸੜੀ ਦੀ ਬਿਮਾਰੀ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੀਆਂ ਇਹਦੇ ਲੰਬੇ ਪ੍ਰਭਾਵ ਪੈਂਦੇ ਨੇ, ਲੰਬੇ ਪ੍ਰਭਾਵਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਪਸ਼ੂਆਂ ਨੂੰ ਇਹ ਬਿਮਾਰੀ ਹੋ ਗਈ, ਉਹ ਪਸ਼ੂ 1 ਸਾਲ ਤਾਂ ਆਪਣਾ ਜਿਹੜਾ ਦੁੱਧ ਦੇਣ ਦੀ ਕਪੈਸਿਟੀ ਘੱਟ ਕਰਦੇ ਆ, ਪਲੱਸ ਸਾਰੀ ਉਮਰ ਜਿੰਨੇ ਵੀ ਸੂਇਆਂ ਦੇ ਵਿੱਚ ਉਹਨੇ ਦੁੱਧ ਦੇਣਾ ਸੀ, ਸਾਡਾ ਪਸ਼ੂ ਕਦੇ ਵੀ ਉਸ ਦੁੱਧ ਲੈਵਲ 'ਤੇ ਨਹੀਂ ਪਹੁੰਚ ਸਕਦਾ ਜਿੰਨਾ ਉਹਨੇ ਦੁੱਧ ਦੇਣਾ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਸੱਦਾ ਦਿੰਦੀ ਹੈ, ਕਿਉਂਕਿ ਇਹਦੇ ਨਾਲ ਪਸ਼ੂ ਦੀ ਇਮਿਊਨਿਟੀ ਡਾਊਨ ਹੋਣੀ ਆ। ਇਮਿਊਨਿਟੀ ਡਾਊਨ ਹੋਣ ਦੇ ਕਾਰਨ ਰਿਪੀਟ ਬਰੀਡਿੰਗ, ਮਸਟਾਈਟਸ ਜਾਂ ਲੇਮਨੈਸ ਵਰਗੀਆਂ ਬਿਮਾਰੀਆਂ ਇਸ ਬਿਮਾਰੀ ਤੋਂ ਬਾਅਦ ਉਤਪੰਨ ਹੁੰਦੀਆਂ। ਇਹਨਾਂ ਦੇ ਵਿੱਚ ਜਿਹੜਾ ਖਾਸ ਧਿਆਨ ਆਪਾਂ ਨੂੰ ਰੱਖਣਾ ਚਾਹੀਦਾ, ਇਹਨਾਂ ਬਿਮਾਰੀਆਂ ਦੇ ਸੀਜ਼ਨ 'ਚ ਆਉਣ ਦੇ ਸੀਜ਼ਨ 'ਚ ਜਾਂ ਵੈਸੇ ਵੀ ਆਪਾਂ ਨੂੰ ਆਪਣੇ ਪਸ਼ੂਆਂ ਦੀ ਜਿਹੜੀ ਇਮਿਊਨਿਟੀ ਵਧਾਉਣ ਦੇ ਲਈ ਉਹਨਾਂ ਨੂੰ ਅਜਿਹੀਆਂ ਧਾਤਾਂ ਦੇ ਚੂਰੇ ਜਾਂ ਆਪਾਂ ਕਹਿ ਲਈਏ ਕੋਈ ਇਮਿਊਨਿਟੀ ਬੂਸਟਰ ਦੇਣੇ ਚਾਹੀਦੇ ਆ, ਜਿਨ੍ਹਾਂ ਨਾਲ ਸਾਡੇ ਪਸ਼ੂਆਂ ਦੀ ਇਮਿਊਨਿਟੀ ਬਣੀ ਰਹੇ ਤੇ ਇਹਨਾਂ ਬਿਮਾਰੀਆਂ ਤੋਂ ਬਚ ਸਕਣ। ਕਿਉਂਕਿ ਜੇ ਇਹਨਾਂ ਦੇ ਆਪਾਂ ਮਾੜੇ ਪ੍ਰਭਾਵਾਂ ਦੀ ਗੱਲ ਕਰੀਏ ਤਾਂ ਬਹੁਤ ਲੰਬੇ ਤੇ ਬਹੁਤ ਭਾਰੀ ਇਹਦੇ ਦੇ ਮਾੜੇ ਪ੍ਰਭਾਵ ਜਿਹੜੇ ਹੈਗੇ ਆ ਸਾਡੇ ਫਾਰਮ ਵੀਰਾਂ ਨੂੰ ਝੱਲਣੇ ਪੈਂਦੇ ਆ ਜੀ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿੱਥੇ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਉੱਥੇ ਹੋਵੇਗਾ ਅੱਜ ਦਾ ਸਵਾਲ ਵੀ, ਜਿਹਦਾ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਸ਼ਾਨਦਾਰ ਗਿਫਟ ਹੈਂਪਰ। ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2। ਤੇ ਅਗਾਂਹਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ ਜੋ ਆਪਣੀ ਅਗਾਂਹਵਧੂ ਸੋਚ ਦੇ ਨਾਲ ਨਾ ਸਿਰਫ ਆਪ ਅੱਗੇ ਵੱਧਦਾ ਹੈ ਬਲਕਿ ਬਾਕੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਮੇਰਾ ਜਗਦੀਪ ਸਿੰਘ ਨਾਂ ਹੈ ਜੀ, ਪਿੰਡ ਸਿੰਘਾ ਹੈ ਜੀ, ਜ਼ਿਲ੍ਹਾ ਜਲੰਧਰ। ਤੇ ਸਾਨੂੰ 9-10 ਸਾਲ ਹੋ ਗਏ ਕੰਮ ਕਰਦਿਆਂ ਨੂੰ। ਅਸੀਂ 7 ਗਾਈਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ, ਆਪਣੀ ਬਰੀਡ ਤਿਆਰ ਕਰਕੇ ਕੰਮ ਤਾਂ ਲੈ ਕੇ ਗਏ ਆ। ਤੇ 4 ਸਾਲ ਸਾਨੂੰ ਹੋ ਗਿਆ ਸੀਸ ਫੀਡ ਪਾਉਂਦਿਆਂ ਨੂੰ, 4-5 ਸਾਲ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਰਿਹਾ। ਇਹਨਾਂ ਨੇ ਬਹੁਤ ਸਾਨੂੰ ਗਾਂ ਦੱਸਿਆ ਸਾਰਾ ਕੁਝ ਵੀ ਕਿੱਦਾਂ ਇਹ ਕਾਰੋਬਾਰ ਵਧਾਉਣਾ ਆ ਤੇ ਬੱਚੀਆਂ ਤਿਆਰ ਕਰਨੀਆਂ ਕਿੱਦਾਂ, ਸਾਰਾ ਕੁਝ ਬਹੁਤ ਵਧੀਆ ਇਹਨਾਂ ਨੇ ਦੱਸਿਆ। ਡਾਕਟਰ ਸਾਹਿਬ ਮਹੀਨੇ ਬਾਅਦ ਗੇੜਾ ਮਾਰਦੇ ਆ ਜੀ। ਵੀ ਜਿਹੜੀਆਂ 2 ਬਿਮਾਰੀਆਂ ਗਲ ਘੋਟੂ ਤੋਂ ਮੂੰਹ ਖੋਰ ਆ ਰਹੀਆਂ ਆ, ਇਹ ਸਿਰਫ ਆਪਣੀਆਂ ਕਈ ਘੋਲਾਂ ਕਰਕੇ ਆ ਰਹੀਆਂ ਆ। ਸਾਲ ਦੇ ਵਿੱਚ ਜਿੰਨੀਆਂ ਵੀ ਇਹਦੀਆਂ ਵੈਕਸੀਨਾਂ ਕਰਨੀਆਂ ਟਾਈਮ ਸਿਰ ਕਰਿਆ ਕਰੋ।
ਜਾਂ ਕੋਈ ਵੀ ਆਪਣੇ ਪਿੰਡ ਦੀ ਪੰਚਾਇਤ ਆ ਉਹਦੇ ਨਾਲ ਮੋਢੇ ਦਾ ਮੋਢਾ ਨਾਲ ਲਾ ਕੇ ਡਾਕਟਰ ਸਾਹਿਬਾਂ ਨੂੰ ਸੱਦਿਆ ਜਾਵੇ, ਸਾਰੇ ਪਿੰਡ ਦੀ ਵੈਕਸੀਨ ਟਾਈਮ ਨਾਲ ਕਰਾਈ ਜਾਵੇ ਡੰਗਰਾਂ ਦੀ, ਤੇ ਇਹ ਆਪਾਂ ਬਿਮਾਰੀ ਨੂੰ ਬਿਲਕੁਲ ਆਪਣੇ ਇੱਥੋਂ ਖਤਮ ਕਰਨਾ, ਨਹੀਂ ਤਾਂ ਇਹ ਆਪਣੇ ਫਾਰਮਾਂ ਨੂੰ ਬਹੁਤ ਖਤਮ ਕਰ ਚੁੱਕੀ ਹੈ। ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, ਤੰਦਰੁਸਤ ਰਹੋ, ਤੰਦਰੁਸਤ ਪਸ਼ੂ ਰੱਖੋ। ਧੰਨਵਾਦ ਜੀ। ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜੋ ਵਿਸ਼ਾ ਹੈ ਕਿ ਪਸ਼ੂਆਂ ਦੀਆਂ ਉਹ ਖਾਸ ਬਿਮਾਰੀਆਂ ਜੋ ਕਰਨ ਭਾਰੀ ਨੁਕਸਾਨ, ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ। ਇਹਨਾਂ ਮੁੱਖ ਪੁਆਇੰਟਸ ਦਾ ਵੀ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ। ਤੇ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ। ਤੇ ਅੱਜ ਦਾ ਸਵਾਲ ਹੈ ਕਿ ਮੂੰਹ ਖੁਰ ਅਤੇ ਗਲ ਘੋਟੂ ਦੀ ਬਿਮਾਰੀ ਦੀ ਵੈਕਸੀਨੇਸ਼ਨ ਸਾਲ 'ਚ ਕਿਹੜੇ-ਕਿਹੜੇ ਮਹੀਨੇ 'ਚ ਆਉਂਦੀ ਹੈ। ਮੂੰਹ ਖੁਰ ਅਤੇ ਗਲ ਘੋਟੂ ਦੀ ਬਿਮਾਰੀ ਦੀ ਵੈਕਸੀਨੇਸ਼ਨ ਸਾਲ 'ਚ ਕਿਹੜੇ-ਕਿਹੜੇ ਮਹੀਨੇ 'ਚ ਆਉਂਦੀ ਹੈ। ਜਵਾਬ ਦੇਣ ਲਈ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ 8699037369, ਇਸ ਉੱਤੇ ਤੁਸੀਂ WhatsApp ਕਰਕੇ ਆਪਣਾ ਜਵਾਬ ਭੇਜਣਾ ਹੈ ਤੇ ਤੁਸੀਂ ਜਿੱਤ ਸਕਦੇ ਹੋ ਅਸੀਸ ਵੱਲੋਂ ਇੱਕ ਸ਼ਾਨਦਾਰ ਗਿਫਟ ਹੈਂਪਰ। ਤੇ ਪਿਛਲੇ ਹਫਤੇ ਦਾ ਜੋ ਸਵਾਲ ਸੀ ਉਸ ਦੇ ਜੋ ਵਿਨਰ ਨੇ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 2 ਦੇ ਇਸ ਐਪੀਸੋਡ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜੇ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਜੋ ਪਸ਼ੂ ਪਾਲਣ ਨਾਲ ਜੁੜਿਆ ਹੈ ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣੇਗੀ। ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਫਿਰ ਹੋਵੇਗੀ ਮੁਲਾਕਾਤ। ਰੱਬ ਰਾਖਾ।